ਜਦੋਂ 47 ਚ ਇੱਕ ਸਟਰਕਚਰ ਪੈਦਾ ਹੋਇਆ ਨਾ, ਇਸ ਦੇਸ਼ ਚ ਸਟਰਕਚਰ ਪੈਦਾ ਹੋਇਆ, ਜਮਹੂਰੀਅਤ ਡੈਮੋਕ੍ਰੈਟਿਕ ਸਟਰਕਚਰ ਪੈਦਾ ਹੋਇਆ, ਪ੍ਰੋਬਲਮ ਉੱਥੇ ਹੀ ਪੈਦਾ ਹੋ ਗਈ। ਉਹ ਸਟਰਕਚਰ ਇੱਕ ਨੇਸ਼ਨ ਸਟੇਟ ਬਣਾਈ ਗਈ। ਨੇਸ਼ਨ ਸਟੇਟ ਦਾ ਇੱਕ ਫਲਸਫਾ ਹੁੰਦਾ, ਵੀ ਆਰ ਅ ਨੇਸ਼ਨ, ਵੀ ਆਰ ਵਨ ਨੇਸ਼ਨ, ਅਸੀਂ ਇੱਕ ਦੇਸ਼ ਹਾਂ। ਵਾਕਈ ਅਸੀਂ ਇੱਕ ਦੇਸ਼ ਹਾਂ, ਪਰ ਇੱਕ ਦੇਸ਼ ਚ ਇੰਨੀ ਜ਼ਿਆਦਾ ਐਥਨਿਸਿਟੀ, ਡਾਇਵਰਸਿਟੀ, ਰਿਲੀਜੀਅਸ ਡਾਇਵਰਸਿਟੀ ਹੋਵੇ, ਉੱਥੇ ਸਾਰਿਆਂ ਨੂੰ ਇੱਕ ਕੌਮ ਕਹਿਣਾ, ਇਹ ਕਿੱਥੋਂ ਤੱਕ ਦਾ ਨਿਆਂ। ਅਸੀਂ ਤਾਂ, ਸਾਡੇ ਗੁਰੂ ਨੇ ਤਾਂ ਇਹ ਕਿਹਾ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਜਦੋਂ ਮੁਗਲ ਦਰਬਾਰ ਚ 10ਵੇਂ ਪਾਤਸ਼ਾਹ ਨੂੰ ਸ਼ਾਹੀ ਕਾਜ਼ੀ ਨੇ ਸਵਾਲ ਪੁੱਛਿਆ ਸੀ ਨਾ, ਵੀ ਧਰਮ ਤੁਮਾਰਾ ਖੂਬ ਕੇ ਹਮਾਰਾ ਖੂਬ, ਗੁਰੂ ਸਾਹਿਬ ਨੇ 2 ਲਾਈਨਾਂ ਚ ਜਵਾਬ ਦਿੱਤਾ ਸੀ। ਹੁਣ ਸਵਾਲ ਬਹੁਤ ਵੱਡਾ ਸੀ। ਜੇ ਮੁਗਲ ਦਰਬਾਰ ਚ ਬੈਠੇ ਆ, ਬਹਾਦਰ ਸ਼ਾਹ ਦਾ ਦਰਬਾਰ ਆ, ਜੇ ਇਹ ਕਹਿ ਦੇਣ ਵੀ ਤੁਹਾਡਾ ਧਰਮ ਚੰਗਾ ਨਹੀਂ ਆ, ਕਹਿਣਗੇ ਤੁਸੀਂ ਤਾਂ ਯਾਰ ਸਾਡੀ ਬੇਇੱਜ਼ਤੀ ਕਰਦੇ ਹੋ। ਤੇ ਜੇ ਇਹ ਕਹਿ ਦੇਣ ਸਾਡਾ ਧਰਮ ਵੱਡਾ, ਫੇਰ ਵੀ ਉਹੀ ਗੱਲ ਆ। ਜੇ ਉਹਨਾਂ ਦਾ ਵੱਡਾ ਕਹਿੰਦੇ, ਫੇਰ ਉਹ ਕਹਿੰਦੇ ਵੀ ਆਪਦੇ ਵਾਲਾ ਛੱਡ ਕੇ ਸਾਡੇ ਵੱਲ ਨੂੰ ਆ ਜਾ। ਗੁਰੂ ਸਾਹਿਬ ਕਹਿੰਦੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਹੁਣ ਜਿਹੜੇ ਦੇਸ਼ ਚ ਐਡੀ ਵੱਡੀ ਡਾਇਵਰਸਿਟੀ ਆ, ਐਥਨਿਸਿਟੀ, ਵੱਖਰੀਆਂ ਭਾਸ਼ਾਵਾਂ, ਵੱਖਰਾ ਕਲਚਰ, ਵੱਖਰੀ ਸੋਚ, ਵੱਖਰਾ ਇਨਵਾਇਰਨਮੈਂਟ, ਜਿਹੜਾ ਵਾਤਾਵਰਨ ਆ, ਉੱਥੇ ਤੁਸੀਂ ਇੱਕ ਕੌਮ ਜਾਂ ਵੀ ਆਰ ਵਨ ਨੇਸ਼ਨ ਦਾ ਫਲਸਫਾ ਲਾਗੂ ਕਰ ਲਓਗੇ, ਹੋ ਹੀ ਨਹੀਂ ਸਕਦਾ। ਉੱਥੇ ਤਣਾਅ ਤੇ ਟਕਰਾਅ ਪੈਦਾ ਹੋਣਾ ਹੀ ਹੋਣਾ, ਤੇ ਉਹੀ ਹੁੰਦਾ। ਪਿਛਲੇ 60 ਸਾਲਾਂ ਦਾ ਖਾਲਸਾ ਰਾਜ, ਇੱਕ ਵੀ ਦੰਗਾ ਨਹੀਂ, ਇੱਕ ਵੀ ਫਾਂਸੀ ਨਹੀਂ, ਤੇ 70-75 ਸਾਲਾਂ ਦਾ ਇਤਿਹਾਸ ਇੰਡੀਅਨ ਸਟੇਟ ਦਾ, ਕਿੰਨੇ ਦੰਗੇ, ਕਿੰਨੀਆਂ ਫਾਂਸੀਆਂ, ਕਿੰਨੇ ਮੁਕਾਬਲੇ। ਸਾਡੇ ਨਾਲ ਜੋ ਵਾਪਰਿਆ ਉਹ ਸਾਹਮਣੇ ਆ। ਕਿਉਂਕਿ ਜਦੋਂ ਇੱਥੇ ਮਾਈਨੋਰਿਟੀ ਆ ਨਾ, ਜਿਹੜਾ ਛੋਟਾ ਤਬਕਾ, ਉਹਨਾਂ ਦੇ ਆਪਦੇ ਫਲਸਫੇ ਹੁੰਦੇ ਆ, ਉਹਨਾਂ ਦੇ ਆਪਦੇ ਵਿਸ਼ਵਾਸ ਹੁੰਦੇ ਆ, ਉਹਨਾਂ ਨੂੰ ਸਭ ਨੂੰ ਮਿਟਾ ਕੇ, ਤੁਹਾਡੀ ਪਛਾਣ ਮਿਟਾ ਕੇ ਤੁਹਾਨੂੰ ਆਪਦੇ ਚ ਜਜ਼ਬ ਕਰਨਾ ਇਹਨਾਂ ਨੇ। ਇਹਨੂੰ ਕਹਿੰਦੇ ਆ ਪ੍ਰੋਸੈਸ ਆਫ ਅਸਿਮੀਲੇਸ਼ਨ। ਜੇ ਤੁਸੀਂ ਅਸਿਮੀਲੇਟ ਹੋ ਗਏ ਤਾਂ ਠੀਕ ਆ, ਫਿਰ ਤੁਹਾਡੀ ਪਰਿਭਾਸ਼ਾ ਵੀ ਸਿੱਖ ਕੌਣ ਹੁੰਦਾ ਉਹ ਇਹ ਘੜਤ ਕੇ, ਸਾਨੂੰ ਨਹੀਂ ਪਤਾ ਅਸੀਂ ਕੌਣ ਆ, ਸਾਡੀ ਪਰਿਭਾਸ਼ਾ ਸਾਨੂੰ ਡਿਫਾਈਨ ਵੀ ਇਹ ਕਰਨਗੇ। ਤੇ ਜਿਹੜਾ ਅਸਿਮੀਲੇਟ ਨਹੀਂ ਹੁੰਦਾ ਉਹਨੂੰ ਐਲੀਮੀਨੇਟ ਕਰਦੇ ਆ। ਇੱਕ ਹੈਂਡ ਇਨ ਹੈਂਡ, ਦੋਨੇ ਥਾਂ ਤੇ ਇਕੱਠੇ ਚੱਲਦੀਆਂ ਇਹ ਗੱਲਾਂ। ਇੱਕ ਪਾਸੇ ਜਿਹੜਾ ਬੰਦਾ ਅੱਗੇ ਅੜ ਕੇ ਖੜ ਜਾਂਦਾ ਵੀ ਮੈਂ ਆਪਦੀ ਪਛਾਣ ਆਪਦੇ ਗੁਰੂ ਤੋਂ ਪਾਸੇ ਨਹੀਂ ਹੋਣਾ, ਮੈਂ ਗੁਰੂ ਨੂੰ ਪਿੱਠ ਨਹੀਂ ਦਿਖਾਉਣੀ, ਉਹਨੂੰ ਐਲੀਮੀਨੇਟ ਕਰ ਦੇਣਗੇ। ਇਹ ਇਕੱਠਾ ਚੱਲਦਾ ਵਰਤਾਰਾ ਦੋਨੇ, ਪ੍ਰੋਸੈਸ ਆਫ ਅਸਿਮੀਲੇਸ਼ਨ ਐਂਡ ਐਲੀਮੀਨੇਸ਼ਨ। ਨਾਓ ਅਗਲੀ ਗੱਲ ਜਿਹੜੀ ਸਮਝਣ ਵਾਲੀ ਆ, ਡੈਮੋਕ੍ਰੇਟਾਈਜੇਸ਼ਨ ਕੀ ਹੁੰਦੀ ਆ। ਜਦੋਂ ਐਡੀ ਵੱਡੀ ਡਾਇਵਰਸਿਟੀ ਹੋਵੇ, ਵਿਆਪਕਤਾ ਹੋਵੇ, ਤੇ ਉੱਥੇ ਹਰ ਮਾਈਨੋਰਿਟੀ ਵੀ ਉੱਥੇ ਰਹਿੰਦੇ ਹੋਏ ਸੁਰੱਖਿਅਤ ਫੀਲ ਕਰੇ, ਉਹਦੇ ਤੇ ਕੋਈ ਖਤਰਾ ਨਾ ਹੋਵੇ। ਇੱਕ ਪਾਸੇ ਹਾਈ ਕੋਰਟ ਤੇ ਸਾਡਾ ਲਾਅ ਦਾ ਇੰਸਟੀਚਿਊਟ ਆ, ਉਹਦੇ ਤੇ ਭਗਵਾਂ ਝੰਡਾ ਚੜਾ ਦਿੱਤਾ ਜਾਂਦਾ, ਕੋਈ ਫਰਕ ਨਹੀਂ ਪੈਂਦਾ। ਨਿਸ਼ਾਨ ਸਾਹਿਬ ਆਪਾਂ ਲੈ ਜਾਂਦੇ ਆ ਤਾਂ ਤੁਹਾਡੀ ਨਸਲਕੁਸ਼ੀ ਹੋ ਜਾਣੀ ਆ। ਇਹਦਾ ਮਤਲਬ ਇਹ ਸਟਰਕਚਰਲ ਡਿਫਾਲਟ ਆ। ਕਈ ਵਾਰੀ ਹਾਕਮ ਜਮਾਤ ਨੂੰ ਵੀ ਨਹੀਂ ਪਤਾ ਹੁੰਦਾ, ਉਹਨਾਂ ਨੂੰ ਵੀ ਲੱਗਦਾ ਯਾਰ ਸਾਡੀ ਪਾਰਟੀ ਤਾਂ ਬੜੀ ਨਿਰਪੱਖ ਆ, ਪਰ ਜੇ ਨਿਰਪੱਖ ਆ, ਰਾਜ ਬਦਲ ਜਾਂਦਾ, ਸਾਨੂੰ ਪਤਾ ਲੱਗ ਜਾਂਦਾ, ਪਿੱਛੇ ਪਈ ਮਾਨਸਿਕਤਾ ਨਹੀਂ ਬਦਲਦੀ। ਇਸੇ ਕਰਕੇ ਕਈ ਵਾਰੀ ਆਪਾਂ ਰਾਜ ਬਦਲ ਕਰਕੇ ਕਹਿ ਦਾਂਗੇ ਵੀ ਹੁਣ ਹਾਲਾਤ ਬਦਲ ਜਾਣਗੇ, ਹਾਲਾਤ ਫੇਰ ਉਵੇਂ ਦੇ ਉਵੇਂ ਰਹਿੰਦੇ, ਹਾਲਾਤ ਨਹੀਂ ਬਦਲਦੇ। ਸੋ ਇਹ ਸਟਰਕਚਰਲ ਡਿਫਾਲਟ ਆ ਜਿਹੜਾ ਨਸਲਕੁਸ਼ੀ। ਤੇ 2 ਮਿੰਟ ਹੋਰ ਆ ਜੀ, ਇਹ ਇੱਕ ਸਰਕਲ ਆ। ਇਹ ਯਹੂਦੀਆਂ ਨਾਲ ਵੀ ਵਾਪਰਿਆ ਸੀ, ਉਹਨਾਂ ਦੀ ਵੀ ਨਸਲਕੁਸ਼ੀ ਹੋਈ ਸੀ। ਉਹਨਾਂ ਨੇ ਇਹ ਗੱਲ ਸਮਝ ਲਈ ਵੀ ਹੁਣ ਅਸੀਂ ਇਸ ਇੱਕ ਸਰਕਲ ਦਾ ਜਦੋਂ ਇੱਕ ਲੂਪ ਆਊਗਾ ਨਾ, ਉਹਦੇ ਤੋਂ ਐਸਕੇਪ ਕਰਨਾ। ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਆਪਦੀ ਕੌਮ ਦੀ ਨਸਲਕੁਸ਼ੀ ਨਹੀਂ ਕਰਾਉਣੀ। ਪਰ ਸਾਡਾ ਕੋਈ ਬੰਦਾ ਨਹੀਂ ਸਮਝ ਸਕੇ। ਅਸੀਂ 47 ਚ ਨਹੀਂ ਸਮਝਿਆ, ਅਸੀਂ 84 ਚ ਨਹੀਂ ਸਮਝਿਆ, ਅਸੀਂ 92 ਤੋਂ 2003 ਤੱਕ ਨਹੀਂ ਸਮਝਿਆ। ਉਹ ਸਰਕਲ 'ਚ ਅੱਜ ਵੀ ਅਸੀਂ ਉੱਥੇ ਹੀ ਬੈਠੇ ਆ। ਅੱਜ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਆਪਦਾ ਐਕਸਪ੍ਰੈਸ਼ਨ ਨਾ ਕਰੋ ਯਾਰ, ਸਾਡੇ ਬੰਦਿਆਂ ਨੂੰ ਮਾਰ ਦੇਣਗੇ। ਜੇ ਤੁਹਾਡੇ 'ਚ ਇੰਨੀ ਇਨਸਿਕਿਉਰਿਟੀ ਰੱਖ ਕੇ ਤੁਸੀਂ ਕਿਤੇ ਜਿਉਂ ਰਹੇ ਹੋ ਤਾਂ ਤੁਸੀਂ ਫਰਸਟ ਗ੍ਰੇਡ ਸਿਟੀਜ਼ਨ ਆਪਦੇ ਆਪ ਨੂੰ ਮੰਨ ਸਕਦੇ ਹੋ? ਕੋਈ ਹੋਰ ਕੌਮ ਇਹ ਗੱਲ ਕਹਿ ਰਹੀ ਹੈ ਇੱਥੇ ਵੀ ਉਹ ਆਪਦਾ ਐਕਸਪ੍ਰੈਸ਼ਨ ਨਾ ਕਰੇ ਤੇ ਉਹਨਾਂ ਦੀ ਨਸਲਕੁਸ਼ੀ ਹੋ ਜਾਊਗੀ? ਸੋ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਹੁੰਦੀਆਂ ਜਿਹੜੀ ਅਸੀਂ ਅੱਜ ਮਹਿਸੂਸ ਕਰ ਰਹੇ ਹਾਂ
ਤੇ ਜਿਹੜੀ ਡੈਮੋਕ੍ਰੇਟਾਈਜੇਸ਼ਨ ਆ ਜਾਂ ਡੈਮੋਕ੍ਰੇਸੀ ਆ ਉਹ ਹਮੇਸ਼ਾ ਆਪਦੀ ਮਾਈਨੋਰਿਟੀ ਨੂੰ ਸੁਰੱਖਿਅਤ ਮਹਿਸੂਸ ਕਰਾਉਂਦੀ ਆ। ਸੋ ਗੱਲ ਇੱਥੇ ਆਰਥਿਕ ਨਹੀਂ ਆ, ਗੱਲ ਮੁਆਵਜ਼ੇ ਲੈਣ ਦੀ ਨਹੀਂ ਆ, ਗੱਲ ਸਾਡੀ ਪਛਾਣ ਦੀ, ਸਾਡੇ ਫਲਸਫੇ ਦੀ ਤੇ ਸਾਡੇ ਗੁਰੂ ਦੀ ਆ। ਜੇ ਗੁਰੂ ਨੂੰ ਪਿੱਠ ਵਿਖਾਉਣੀ ਆ ਤਾਂ ਤੁਸੀਂ ਬਾਈ ਜੀ ਅਸਿਮੀਲੇਟ ਹੋ ਜਾਓ, ਕੋਈ ਚੱਕਰ ਨਹੀਂ। ਪਰ ਜੇ ਗੁਰੂ ਵਾਲੇ ਬਣ ਕੇ ਰਹਿਣਾ, ਜਿਹਨੇ ਸਰਦਾਰੀਆਂ ਪਾਤਸ਼ਾਹੀਆਂ ਦੇ ਹੀ ਦੇਣੀਆਂ, ਉਹ ਟਾਈਮ ਦੀ ਗੱਲ ਹੁੰਦੀ ਆ। ਫਿਰ ਤੁਹਾਨੂੰ ਆਪਦੀ ਪਛਾਣ ਵੀ, ਆਪਦਾ ਫਲਸਫਾ ਵੀ ਤੇ ਆਪਦੇ ਗੁਰੂ ਨੂੰ ਵੀ ਇਹਦੇ ਨਾਲ ਨਿਭਣਾ ਪਊਗਾ, ਇਸ ਸਿਧਾਂਤ ਦੇ ਨਾਲ ਨਿਭਣਾ ਪਊਗਾ। ਸੋ ਆਪਾਂ ਗੱਲ ਉਹ ਸਰਕਲ ਦੀ ਕਰ ਰਹੇ ਸੀ। ਉਹ ਸਰਕਲ ਆਉਂਦਾ, ਉਹਦਾ ਉਸ ਲੂਪ ਚੋਂ ਐਸਕੇਪ ਕਰਨਾ ਕੌਮ ਦੇ ਲੀਡਰਾਂ ਦੀ ਡਿਊਟੀ ਹੁੰਦੀ ਆ। ਉਹਨੂੰ ਜੇ ਅਸੀਂ ਆਇਡੈਂਟੀਫਾਈ ਨਹੀਂ ਕਰਾਂਗੇ, ਸਾਡੇ ਨਾਲ ਇਹ ਗੱਲਾਂ ਫੇਰ ਵਾਪਰਦੀਆਂ ਰਹਿਣੀਆਂ।